मैं सुखविंदर कौर। आओ सुनिए नौरंग सिंह द्वारा लिखी हुई कहानी मुर्गियाँ। बीमार माँ अंदर हंगूरा मारदी सी। करीमू ते रहीमू बाहर अखरोट खेडदे सन। मेरी चल सुट, करीमू ने कहा। रहीमू ने पंचामिਆਂ तो खलो के अखरोट की लप खुत्ती वल वगाही। कुछ पै गई ते बाकी दे बाहर खिंडरियां वल वेखदियां उस अपने वड्डे भरा करीमू नूं पुछया, दस चोट किहड़े ते लावां? ला विचकारले ते। रहीमू ने शिश्त बन के अगे नूं झुक के दसे अखरोट ते खरोट वगाया, पर निशाना उक गया। हा 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 उक गया। करीमू उच्ची सारी हस उठिया। हाय हाय वे पानी दा घुट मूँह विच पा जाओ वे। अंदरों माँ दी टुटमी आवाज़ आई, दे देंदियां माँ पानी भी। करीमू ने अखरोट हूंजदियां आख्या ते काली नाल ਉਹ ਨੀਅਤ ਥਾਂ ਤੇ ਅਖਰੋਟ ਖੁੱਤੀ ਵਿੱਚ ਪਾਣ ਲਈ ਜਾ ਖੜੋਤਾ ਤੇ ਅੱਗੇ ਨੂੰ ਬਾਂਹ ਕਰਕੇ ਅਖਰੋਟ ਖੁੱਤੀ ਵੱਲ ਸੁੱਟੇ। ਨਾਲੇ ਉਸ ਰਹੀਮੂ ਤੋਂ ਪੁੱਛਿਆ, ਕਿੰਨੇ ਪਏ ਨੀ? ਇੱਕੋ ਪਿਆ ਕੁੱਲ। ਰਹੀਮੂ ਇਸ ਤੇ ਡਾਢਾ ਖੁਸ਼ ਸੀ। ਉਸ ਚੋਟ ਲਾਣ ਲਈ ਇੱਕ ਅਖਰੋਟ ਵੱਲ ਇਸ਼ਾਰਾ ਕੀਤਾ। ਪਤਾ ਨਹੀਂ ਕਰੀਮੂ ਤੋਂ ਚੋਟ ਲੱਗੀ ਕਿ ਨਾ, पर वो ये जान के कि उसकी चोट अखरोट ते वज गई है, वो सारे दे सारे अखरोट हुंजण दा हकदार है, अगे वधिया। पर रहीमू ने इउं करन तो उसनूं डकिया। उहदा ख्याल सी कि चोट नहीं वजी ते एवें उस सारे अखरोट चक लैणे आ। पर करीमू आखी जाए चोट लगी है, रहीमू आखे तू रोंदू है। विधान वध गया। दोवें गुत्थम गुत्था हो पए। करीमू वड्डा सी और रहीमू दे दंदां ते हुरा कढ के मारिया ते लहू वग पिया। बुढ़ी माँ अंदरों एक साहे हाय हाय करदी पानी मंगदी रही। ਉਹਦੇ ਕੰਨੀ ਇਹਨਾਂ ਦੇ ਵਖੜਾਂਤ ਦੀ ਆਵਾਜ਼ ਪੈ ਪੈ ਕੇ ਉਹਨੂੰ ਵਧੇਰੇ ਦੁਖੀ ਕਰਦੀ ਸੀ। ਉਹਦੇ ਤਿਹਾਏ ਬੁੱਲਾਂ ਨੂੰ ਸਿੱਕੜੀਆਂ ਆ ਗਈਆਂ ਸਨ, पर किसे ਉਹਦੀ ਗੱਲ ना सुनी। ਅੱਜ ही नहीं ਅੱਗੇ भी अनेका वार ਇਹ ਦੋਵੇਂ ਖੇਡਦੇ ਖੇਡਦੇ ਲੜ ਪੈਂਦੇ ਹੁੰਦੇ ਸਨ। ਇੱਕ ਦੂਜੇ ਦੇ ਝੱਗੇ ਖੋਹ ਕੇ ਘੱਤਦੇ, ਕਰੂੰਡਾਂ ਨਾਲ ਮੂੰਹ ਛਿੱਲ ਜਾਂਦੇ, ਪਰ ਮੁੜ ਗੁੱਸਾ ਢੀਲਾ ਹੋਣ ਤੇ ਦੋਵੇਂ ਉਹ ਜਿਹੇ ਹੋ ਜਾਂਦੇ। ਦੋਹਾਂ ਦੇ ਪਿੰਡੇ ਕੱਟੇ ਨਾਲ ਅੱਟੇ ਹੋਏ, ਪੈਰੋਂ ਨੰਗੇ ਨਖੜੰਮੇ ਜਿਹੇ ਉਹ ਪਿੰਡ ਦੀਆਂ ਗਲੀਆਂ ਵਿੱਚ ਭੌਂਦੇ ਰਹਿੰਦੇ ਹੁੰਦੇ ਸਨ। ਲੋਕੀ ਉਹਨਾਂ ਨੂੰ ਤੱਕ ਕੇ ਬਹੁਤ ਕੁਝ ਆਖਦੇ, ਕੋਈ ਮੂੰਹ ਨਾ ਲਾਉਂਦਾ। ਹੋਰ ਕੋਈ ਮੁੰਡਾ ਵੀ ਉਹਨਾਂ ਨਾਲ ਨਾ ਖੇਡਦਾ। ਸਦਾ ਹੀ ਭਾਂਤ ਭਾਂਤ ਦੀਆਂ ਗੱਲਾਂ ਉਹਨਾਂ ਬਾਰੇ ਚੱਲਦੀਆਂ ਰਹਿੰਦੀਆਂ ਸਨ। 16 ਤੇ 14 ਵਰ੍ਹਿਆਂ ਦੇ ਕਰੀਮੂ ਰਹੀਮੂ ਅਖਰੋਟਾਂ ਨਾਲ ਕੁੱਤੀ ਖੇਡਦੇ ਲੋਕਾਂ ਨੂੰ ਉੱਕਾ ਨਾ ਪਾਉਂਦੇ ਸਨ। ਇਹ ਖੇਡ ਨਿੱਕੇ ਬੱਚਿਆਂ ਦੀ ਜੋ ਹੋਈ, ਪਰ ਇਹ ਦੋਵੇਂ ਭਰਾ ਘੜੇ ਹੋਏ ਹੀ ਵੱਖਰੀ ਮਿੱਟੀ ਦੇ ਸਨ। ਅਖਰੋਟਾਂ ਤੋਂ ਹਟ ਕੇ ਕੌਡੀਆਂ ਨੂੰ ਜੁਟ ਜਾਂਦੇ। ਕਈ ਵਾਰ ਉੱਥੇ ਹੀ ਜੂਤ ਪਤਾੰਗ ਹੋ ਕੇ ਰੁੱਸੇ ਪਿੰਡ ਦੀਆਂ ਹੱਟੀਆਂ ਤੇ ਜਾ ਬਹਿੰਦੇ। ਉੱਥੇ ਲੋਕਾਂ ਦੀਆਂ ਇੱਧਰਲੀਆਂ ਉੱਧਰਲੀਆਂ ਸਲੂਣੀਆਂ ਅਲੂਣੀਆਂ ਵਿੱਚ ਇਹਨਾਂ ਦੇ ਕੰਨ ਰਸੇ ਰਹਿੰਦੇ। ਆਥਣ ਨੂੰ ਘਰ ਪਰਤਣ ਵੇਲੇ ਮੁੜ ਦੋਹਾਂ ਦੀ ਗਲਵੱਕੜੀ ਪਾਈ ਹੁੰਦੀ ਸੀ। ਮਾਂ ਨੂੰ ਬਿਮਾਰ ਪਿਆ ਮਹੀਨੇ ਤੋਂ ਉੱਤੇ ਹੋ ਗਿਆ ਸੀ। ਹਕੀਮ ਜਾਂ ਡਾਕਟਰ ਨੂੰ ਸੱਦਣ ਦੀ ਉਸ ਘਰ ਵਿੱਚ ਪੁੱਜਤ ਹੀ ਕਿੱਥੇ ਸੀ। ਪਰ ਲਾਗਲੇ ਸ਼ਹਿਰ ਦੇ ਸਰਕਾਰੀ ਹਸਪਤਾਲੋਂ ਮੁਫਤ ਦਵਾਈਆਂ ਲਿਆਉਣ ਦੀ ਵਿਹਲ ਵੀ ਰਹੀਮੂ ਤੇ ਕਰੀਮੂ ਨੂੰ ਨਹੀਂ ਸੀ ਲੱਭਦੀ। ਜਦੋਂ ਉਹ ਖਰੋਟ ਤੇ ਕੌਡੀਆਂ ਖੇਡ ਹਟਦੇ ਅਤੇ ਹੱਟਾਂ ਤੇ ਕੋਈ ਗੱਲਾਂ ਕਰਨ ਵਾਲਾ ਬੰਦਾ ਵੀ ਉਹਨਾਂ ਨੂੰ ਦਿਖਾਈ ਨਾ ਦਿੰਦਾ, ਤਾਂ ਉਹ ਆਪਣੀਆਂ ਗੁਲੇਲਾਂ ਤੇ ਗੋਲੀਆਂ ਚੁੱਕ ਕੇ ਬਾਹਰ ਸ਼ਿਕਾਰ ਨੂੰ ਟੁਰ ਕੇ ਵਗਦੇ। ਚੰਡਾਂ ਚਰਵਾਹਾਂ ਵਣਾਂ ਥੱਲੇ ਖਲੋ ਕੇ ਉੱਥੇ ਬੈਠੇ ਪੰਛੀਆਂ ਨੂੰ ਲੱਭਦੇ। ਜੇ ਕੋਈ ਕਬੂਤਰ, ਘੁੱਗੀ, ਤਿਲੀਅਰ ਜਾਂ ਤਿੱਤਰ ਉਹਨਾਂ ਨੂੰ ਕਿਸੇ ਦਰਖਤ ਉੱਤੇ ਦਿਸ ਪੈਂਦਾ
ਤਾਂ ਦੋਵੇਂ ਡੰਡ ਪਾ ਦਿੰਦੇ, ਉਹ ਬੈਠਾ ਏ, ਇਹ ਬੈਠਾ ਏ, ਤੇ ਆਪਣੀਆਂ ਗੁਲੇਲਾਂ ਦੀਆਂ ਤੰਦਾਂ ਖਿੱਚਦੇ। ਪਰ ਜਨੌਰ ਪਹਿਲਾਂ ਹੀ ਰੌਲਾ ਸੁਣ ਕੇ ਉੱਡ ਚੁੱਕੇ ਹੁੰਦੇ ਸਨ। ਉਹਨਾਂ ਤੋਂ ਅੱਜ ਤੀਕਰ ਕਦੇ ਕੋਈ ਪੰਛੀ ਨਹੀਂ ਸੀ ਮੋਇਆ। ਹਾਰ ਕੇ ਉਹ ਕਿਸੇ ਵਗਦੇ ਸੂਏ ਦੇ ਕੰਢੇ 'ਤੇ ਖਲੋਤੇ ਬ੍ਰਿਛ ਦੀ ਛਾਵੇਂ ਬਹਿ ਜਾਂਦੇ, ਕਦੇ ਬੁੱਕਾਂ ਨਾਲ ਪਾਣੀ ਪੀਂਦੇ ਤੇ ਕਦੇ ਟਾਵੀਆਂ ਟਾਵੀਆਂ ਗੱਲਾਂ ਕਰਦੇ। ਲੋਕੀ ਪਤਾ ਨਹੀਂ ਕਿੱਦਾਂ ਸ਼ਿਕਾਰ ਖੇਡ ਲੈਂਦੇ ਨੇ। ਕਰੀਮੂ ਉਂਗਲਾਂ ਨਾਲ ਗਾਰਾ ਕਰੋਚਦਾ, ਐਵੇਂ ਜਿਹੇ ਆਖਦਾ, ਖਬਰੇ ਉਹਨਾਂ ਦੀਆਂ ਗੁਲੇਲਾਂ ਤੇ ਗੋਲੀਆਂ ਕਿੱਦਾਂ ਦੀਆਂ ਹੁੰਦੀਆਂ ਹੋਣਗੀਆਂ। ਦੂਜਾ ਉੱਤਰ ਦਿੰਦਾ, ਸਾਥੋਂ ਤੇ ਨਹੀਂ ਮੋਇਆ ਕਦੇ ਕੋਈ ਪੰਛੀ। ਫੇਰ ਇੱਕ ਨਿਰਾਸ਼ਤਾ ਜਿਹੀ ਉਹਨਾਂ ਦੇ ਚਿਹਰਿਆਂ 'ਤੇ ਛਾ ਜਾਂਦੀ। ਉਹ ਕਿੰਨਾ ਚਿਰ ਚੁੱਪ ਚੁਪੀਤੇ ਹੀ ਬੈਠੇ ਘਾਹ ਦੀਆਂ ਤੀਣਾਂ ਉਖਾੜਦੇ ਰਹਿੰਦੇ। ਕਦੇ ਉੱਠ ਕੇ ਲੱਤਾਂ ਸੂਏ ਵਿੱਚ ਲਮਕਾ ਬਹਿੰਦੇ ਤੇ ਕਦੇ ਗੁਲੇਲਾਂ ਦੀਆਂ ਗੋਲੀਆਂ ਨਾਲ ਹੀ ਖੁੱਤੀ ਦਾ ਝੱਸ ਪੂਰਾ ਕਰਦੇ। ਕਈ ਵਾਰ ਇਉਂ ਹੀ ਬਾਹਰ ਭੌਂਦਿਆਂ ਭੌਂਦਿਆਂ ਨੂੰ ਦਿਨ ਬਤੀਤ ਹੋ ਜਾਂਦਾ। ਆਥਣ ਹੋ ਗਈ ਸੀ। ਬਾਗੀ ਹੇਕਾਂ ਲਾਉਂਦੇ ਘਰਾਂ ਨੂੰ ਪਰਤ ਰਹੇ ਸਨ। ਹਲੋਂ ਛੁੱਟੇ ਬੌਲਦਾਂ ਦੀਆਂ ਟੱਲੀਆਂ ਟਣਕਣ ਲੱਗੀਆਂ। ਕਰੀਮੂ ਤੇ ਰਹੀਮੂ ਆਪਣੀਆਂ ਗੁਲੇਲਾਂ ਮੋਢਿਆਂ 'ਤੇ ਟੰਗੀ ਪਿੰਡ ਨੂੰ ਪਰਤ ਪਏ। ਹੌਲੀ ਹੌਲੀ ਜਾਂਦੇ ਲੋਕਾਂ ਦੇ ਡੰਗਰਾਂ ਨੂੰ ਤੱਕ ਕੇ ਉਹਨਾਂ ਨੂੰ ਕੋਈ ਖਿਆਲ ਜਿਹਾ ਆ ਗਿਆ ਤੇ ਉਹ ਕੁਝ ਬੋਲਦੇ ਜਾਂਦੇ ਸਨ। ਜਦੋਂ ਉਹਨਾਂ ਦਾ ਪਿਓ ਜਿਉਂਦਾ ਸੀ, ਉਹਨਾਂ ਦੇ ਘਰ 2 ਝੋਟੀਆਂ ਹੁੰਦੀਆਂ ਸਨ, ਇੱਕ ਪਹਿਲਣ ਤੇ ਦੂਜੀ ਸੂਏ। ਨਾਲੇ ਇੱਕ ਵੈੜਕੀ ਵੀ ਸੀ। ਉਹ ਉਹਨਾਂ ਤੀਹਾਂ ਨੂੰ ਚਾਰਦੇ ਸਨ। ਇਉਂ ਹੀ ਹੇਕਾਂ ਲਾਉਂਦੇ ਘਰ ਮੁੜਦੇ ਸਨ। ਉਦੋਂ ਫਿਰ ਉਹ ਵੈੜੀ ਤੇ ਮੱਝਾਂ ਕਿੱਥੇ ਗਈਆਂ? ਰਹੀਮੂ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ। ਅੱਬਾ ਜੂਏ ਵਿੱਚ ਹਾਰ ਚੁੱਕਿਆ ਸੀ। ਉਹਨਾਂ ਨੂੰ ਤੇ ਤੈਨੂੰ ਨਹੀਂ ਪਤਾ? ਚਲੋ ਠੀਕ ਹੋਇਆ, ਸਾਂਭ ਸੰਭਾਈ ਦਾ ਟੰਟਾ ਹੀ ਗਲੋਂ ਲੱਥਾ। ਰਹੀਮੂ ਨੇ ਖੁਸ਼ ਹੋ ਕੇ ਕਿਹਾ। ਕੁਸਮੁਸਾ ਜਿਹਾ ਹੋ ਗਿਆ ਸੀ ਜਦੋਂ ਉਹ ਇੱਕ ਖੇਤ ਦੀ ਵੱਟ ਉੱਤੇ ਆਣ ਖਲੋਤੇ। ਆਕਾਸ਼ ਉੱਤੇ ਜੇ ਕੋਈ ਤਾਰਾ ਚੜ੍ਹਿਆ ਵੀ ਸੀ ਤਾਂ ਉਹ ਖੁਰਾਂ ਦੇ ਘੱਟੇ ਨਾਲ ਫਜ਼ਾਂ ਦੀ ਅੱਟੀ ਹੋਈ ਹੋਣ ਕਰਕੇ ਵਿਖਾਲੀ ਨਹੀਂ ਸੀ ਦਿੰਦਾ। ਚਿੜੀਆਂ ਬਾਜਰੇ ਦੇ ਸਿੱਟਿਆਂ ਉੱਤੇ ਅੱਤਮ ਠੁੰਗੇ ਭਰ ਕੇ ਉੱਡ ਚੁੱਕੀਆਂ ਸਨ। ਕਰੀਮੂ ਤੇ ਰਹੀਮੂ ਦੇ ਖੱਬੇ ਪਾਸੇ ਇੱਕ ਮੱਕੀ ਦੀ ਪੈਲੀ ਡਰੇ ਹੋਏ ਬੱਚੇ ਵਾਂਗ ਚੁੱਪ ਖਲੋਤੀ ਸੀ। ਪਹਿਲਵਾਨਾਂ ਦੇ ਡੌਲਿਆਂ ਵਰਗੀਆਂ ਛੱਲੀਆਂ ਹਰੇਕ ਟਾਂਡੇ ਨਾਲ ਜੁੜੀਆਂ ਹੋਈਆਂ ਦਿਸਦੀਆਂ ਸਨ। ਪਤਾ ਏ ਕਰੀਮੂ, ਇਹ ਸਾਡੀਆਂ ਪੈਲੀਆਂ ਹੁੰਦੀਆਂ ਸਨ ਕਦੇ। ਹਾਂ ਪਤਾ ਏ। ਕਈ ਵਾਰ ਲੱਕੜਾਂ ਲੈ ਕੇ ਮੁੜਦੀ ਮਾਂ ਇੱਥੋਂ ਦੀ ਲੰਘਦੀ ਦੱਸਿਆ ਕਰਦੀ ਏ। ਮੈਂ ਉਦੋਂ ਨਿੱਕਾ ਜਿਹਾ ਹੁੰਦਾ ਸਾਂ। ਇਹ ਵੀ ਉਸੇ ਰਾਹ ਅੱਬਾ ਨੇ ਭੇਜੀਆਂ ਜਿਹੜੇ ਰਾਹ ਵੈੜਕੀ ਤੇ ਝੋਟੀਆਂ ਗਈਆਂ ਸਨ। ਇਉਂ ਆਖਦਾ ਕਰੀਮੂ ਹੱਸ ਪਿਆ, ਨਾਲ ਰਹੀਮੂ ਵੀ। ਦੋਵੇਂ ਹੀ ਖਿੜਖਿੜ ਕਰਦੇ ਦੋਹਰੇ ਹੁੰਦੇ ਜਾਂਦੇ। ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਜਿਕਰ ਉਹ ਰੋ ਰਹੇ ਹੁੰਦੇ ਨੇ। ਐਨੇ ਨੂੰ ਹਵਾ ਦਾ ਇੱਕ ਝੁਮਕਾ ਵਗਿਆ। ਉਹ ਦੋਵੇਂ ਖਾਮੋਸ਼ ਜਿਹੇ ਹੋ ਕੇ ਮੱਕੀ ਦੇ ਪੱਤਿਆਂ ਦੀ ਖੜ-ਖੜ ਕਿੰਨਾ ਚਿਰ ਸੁਣਦੇ ਰਹੇ। ਅੱਬਾ ਇੱਥੇ ਹਲ ਵਾਹੁੰਦਾ ਹੁੰਦਾ ਸੀ। ਵੱਡੇ ਨੇ ਹੌਕਾ ਜਿਹਾ ਭਰ ਕੇ ਆਖਿਆ, ਹੁਣ ਨਾ ਸਾਡੇ ਵਾਹੁਣ ਨੂੰ ਭੋਏ, ਨਾ ਜੋਣ ਨੂੰ ਢੱਗੇ। ਚੱਲ ਚੰਗਾ ਏ, ਐਦਾਂ ਹੀ। ਕੀ ਲੈਣਾ ਏ ਜੇ ਗੱਲ ਫਾਹੇ ਪਾ ਕੇ? ਰਹੀਮੂ ਨੇ ਬੇਪਰਵਾਹੀ ਨਾਲ ਗੁਲੇਲ ਦੀਆਂ ਤਣੀਆਂ ਖਿੱਚਦਿਆਂ ਆਖਿਆ। ਫਿਰ ਦੋਵੇਂ ਚੁੱਪ ਹੋ ਗਏ। ਉਹਨਾਂ ਦੇ ਚਿਹਰੇ ਉਹਨਾਂ ਦੇ ਅੰਤਰੀਵ ਅਹਿਸਾਸਾਂ ਨੂੰ ਪ੍ਰਗਟ ਕਰ ਰਹੇ ਸਨ। ਐਨੇ ਨੂੰ ਕਰੀਮੂ ਨੇ ਆਖਿਆ, ਚੱਲ ਰਹੀਮੂ, ਵਗ ਚੱਲੀਏ। ਕੋਈ ਛੱਲੀਆਂ ਦੇ ਚੋਰ ਜਾਣ ਕੇ ਸਾਨੂੰ ਕੁੱਟ ਨਾ ਕੱਢੇ। ਇਹ ਦੋਵੇਂ ਕਾਹਲੀ ਕਾਹਲੀ ਉਲਾਂਘਾਂ ਭਰਦੇ ਪਿੰਡ ਵੱਲ ਨੂੰ ਤੁਰ ਪਏ, ਜਿੱਥੇ ਦੀਵੇ ਬਲ ਚੁੱਕੇ ਸਨ। ਜਿੱਦਣ ਦੀ ਮਾਂ ਬਿਮਾਰ ਪਈ ਸੀ, ਦੋਵੇਂ ਇੱਕੋ ਵੇਲੇ ਦੀ ਰੋਟੀ ਖਾਂਦੇ ਹੁੰਦੇ ਸਨ। ਮਾਂ ਲੋਕਾਂ ਦੇ ਘਰੀਂ ਪੀਹਣ ਦਲਣ ਦਾ ਕੰਮ ਕਰਕੇ ਖਾਣ ਲਈ ਦਾਣੇ ਇਕੱਠੇ ਕਰ ਲੈਂਦੀ ਹੁੰਦੀ ਸੀ। ਉਹ ਦਾਣੇ ਇਹਨਾਂ ਦੇ ਨਿੱਤ ਦੇ 2 ਡੰਗ ਨਹੀਂ ਟਪਾ ਸਕਦੇ ਸਨ। ਦੋਵੇਂ ਜਣੇ ਚੁੱਲ੍ਹਾ ਧਾਉਂਦੇ ਤੇ ਕੱਚੀਆਂ ਤੁਖਾਈਆਂ ਜਿਹੀਆਂ ਰੋਟੀਆਂ ਲੂਣ ਨਾਲ ਖਾ ਕੇ ਸੌਂ ਜਾਂਦੇ।
ਕਦੇ-ਕਦੇ ਫਾਕਿਆਂ ਵਿੱਚ ਹੀ ਉਹਨਾਂ ਦੀਆਂ ਰਾਤਾਂ ਗੁਜ਼ਰਦੀਆਂ ਸਨ। ਪਿੰਡ ਦੇ ਇਹਨਾਂ ਨੂੰ ਗਵਾਰ ਸਮਝਦੇ ਸਨ। ਉਹਨਾਂ ਨੇ ਕਈ ਵਾਰ ਇਹਨਾਂ ਦੋਹਾਂ ਭਰਾਵਾਂ ਨੂੰ ਘਰ ਦੀਆਂ ਚੀਜ਼ਾਂ ਹੱਟਾਂ ਉੱਤੇ ਵੇਚਦੇ ਤੱਕਿਆ ਸੀ। ਪਿੰਡ ਵਿੱਚ ਕਿਸੇ ਦੀ ਚੋਰੀ ਹੋ ਜਾਂਦੀ, ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਸਾਥੋਂ ਮੁੱਕਦੀਆਂ ਹੀ ਨਹੀਂ ਸੀ, ਹੈ ਨਾ ਕਰੀਮੋ? ਰਹੀਮੋ ਬੋਲਿਆ। ਦਾਣੇ ਹੀ ਦਾਣੇ ਹੁੰਦੇ ਸਨ ਸਾਡੀਆਂ ਕੋਠੀਆਂ ਵਿੱਚ ਉਦੋਂ। ਨਾਲ ਲੱਗਦਿਆਂ ਕਰੀਮੋ ਮਾਂ ਵੱਲ ਤੱਕਦਾ ਬੋਲਿਆ। ਰੱਜ-ਰੱਜ ਰੋਟੀਆਂ ਖਾਂਦੇ ਹੁੰਦੇ ਸਾਂ, ਪਰ ਹੁਣ ਤੇ ਮਾਂ ਸਾਡੇ ਕੋਠੇ ਖਾਲੀ ਪਏ ਨਹੀਂ। ਇੱਕ ਪੱਲੇ ਕੋਠੇ ਵਿੱਚ ਫੂਕ ਜਿਹੀ ਛਾ ਗਈ। ਤਿੰਨਾਂ ਨੇ ਦੀਵਾ ਮੱਧਮ ਹੁੰਦੀ ਜੋਤ ਵੱਲ ਤੱਕਿਆ। ਕਈ ਦਿਨ ਹੋਰ ਲੰਘ ਗਏ। ਓੜਕ ਰਿੜਕਦੀ ਮਾਂ ਦਾ ਅੰਤ ਹੋ ਗਿਆ। ਦੋਹਾਂ ਭਰਾਵਾਂ ਨੜੋਇਆ ਤਿਆਰ ਕੀਤਾ, ਕੋਈ ਉਹਨਾਂ ਦੀ ਸਹਾਇਤਾ ਨੂੰ ਨਾ ਪਹੁੰਚਿਆ। ਉਹਨਾਂ ਆਪੀ ਕਬਰ ਪੁੱਟੀ ਤੇ ਅੰਤਮ ਦਰਸ਼ਨਾਂ ਲਈ ਮਾਂ ਦਾ ਮੂੰਹ ਨੰਗਿਆ ਕੀਤਾ। ਦੋਹਾਂ ਕੰਨਾਂ ਵਿੱਚ ਸੋਨੇ ਦੀਆਂ ਮੁਰਕੀਆਂ ਉਸੇ ਤਰ੍ਹਾਂ ਲਮਕ ਰਹੀਆਂ ਸਨ। ਉਹਨਾਂ ਦੇ ਪਿਓ ਦੀ ਯਾਦਗਾਰ। ਮਾਂ ਨੂੰ ਚੰਗੀ ਤਰ੍ਹਾਂ ਦਫਨਾ ਕੇ ਦੋਵੇਂ ਘਰ ਪਰਤ ਆਏ। ਨਾ ਕੋਈ ਦਿਲਬਰੀ ਲਈ ਉਹਨਾਂ ਕੋਲ ਬੈਠਾ, ਨਾ ਹੀ ਪਿੰਡ ਵਿੱਚੋਂ ਕਿਸੇ ਨੂੰ ਉਹਨਾਂ ਦੀ ਮਾਂ ਦਾ ਗਮ ਸੀ। ਰਾਤੀ ਦੋਵੇਂ ਭੁੱਖੇ ਭਾਣੇ ਮੰਜਿਆਂ 'ਤੇ ਚੁੱਪਚਾਪ ਜਿਹੇ ਪੈ ਗਏ। ਕੁਝ ਚਿਰ ਮਗਰੋਂ ਕਰੀਮੋ ਦੇ ਮੂੰਹੋਂ ਨਿਕਲਿਆ, ਚਲੋ ਜੀ, ਤੁਰ ਗਈ ਮਾਂ ਵੀ ਅੱਜ। ਹੁਣ ਉਹ ਕਿੱਥੇ ਜਾਏਗੀ ਕਰੀਮੋ? ਰਹੀਮੋ ਨੇ ਵੀ ਚੁੱਪ ਤੋੜੀ। ਬਹਿਸ਼ਤੀ, ਮੁਰਕੀਆਂ ਵੀ ਨਾਲ ਹੀ? ਮੁਰਕੀਆਂ? ਕਰੀਮੋ ਕੋਈ ਉੱਤਰ ਨਾ ਦੇ ਸਕਿਆ। ਓੜਕ ਦੋਹਾਂ ਨੂੰ ਨੀਂਦਰ ਆ ਗਈ। ਧਰੂਹ ਦੁਆਲੇ ਘੁੰਮਣ ਵਾਲੀ 7 ਰਿਸ਼ੀਆਂ ਦੀ ਖਿੱਤੀ ਕਿਤੇ ਦੀ ਕਿਤੇ ਜਾ ਚੁੱਕੀ ਸੀ। ਕਿੰਨੇ ਤਾਰੇ ਆਕਾਸ਼ੋਂ ਬੁਝ ਚੁੱਕੇ ਸਨ। ਧਰੂਹ ਦੁਆਲੇ ਘੁੰਮਣ ਵਾਲੀ 7 ਰਿਸ਼ੀਆਂ ਦੀ ਖਿੱਤੀ ਕਿਤੇ ਦੀ ਕਿਤੇ ਜਾ ਚੁੱਕੀ ਸੀ। ਕਿੰਨੇ ਹੀ ਤਾਰੇ ਆਕਾਸ਼ੋਂ ਬੁਝ ਚੁੱਕੇ ਸਨ। ਜਦੋਂ ਰਹੀਮੋ ਘਸਮੈੜੇ ਜਿਹੇ ਪਾਂਦਾ ਜਾਗਿਆ, ਰਾਤ ਐਡੀ ਡਰਾਉਣੀ ਸੀ ਜੈਡਾ ਉਹਨਾਂ ਦੀ ਮੋਈ ਮਾਂ ਦਾ ਚਿਹਰਾ। ਉਸ ਸਹਿਜੇ ਹੀ ਭਰਾ ਨੂੰ ਜਗਾ ਕੇ ਆਖਿਆ, ਭੁੱਖ ਲੱਗੀ ਓ ਕਰੀਮੋ, ਘਰ ਵਿੱਚ ਤੇ ਕੁਝ ਨਹੀਂ। ਕਰੀਮੋ ਬੋਲਿਆ। ਫਿਰ ਕਿੰਨਾ ਚਿਰ ਦੋਵੇਂ ਗੁੰਮ ਜਿਹੇ ਪਏ ਰਹੇ, ਪਰ ਰਹੀਮੋ ਨੇ ਮੁੜ ਆਖਿਆ, ਅਖਰੋਟ ਭੰਨ ਕੇ ਖਾ ਲਵਾਂ? ਖੇਡਾਂਗੇ ਕਾਹਦੇ ਨਾਲ? ਮੁੜ ਇੱਕ ਹੂਕ ਜਿਹੀ ਛਾ ਗਈ ਤੇ ਫੇਰ ਇੱਕੋ ਵਾਰ, ਇੱਕੋ ਫੁਰਨਾ, ਜਿਕਰ ਦੋਹਾਂ ਨੂੰ ਫੁਰ ਪਿਆ ਹੋਵੇ। ਬਿਨਾਂ ਹੋਰ ਕੁਝ ਬੋਲਿਆਂ ਦੋਵੇਂ ਉੱਠ ਖਲੋਤੇ। ਮਲਕੜੇ ਜਿਹੇ ਇੱਕ ਨੇ ਕਹੀ ਚੁੱਕੀ ਤੇ ਦੂਜੇ ਨੇ ਕੰਧਾੜਾ, ਅਤੇ ਬੂਹਾ ਲਾ ਕੇ ਸਹਿਜੇ ਹੀ ਦੋਵੇਂ ਬਾਹਰ ਨਿਕਲ ਗਏ। ਰਾਤ
ਮੌਤ ਜਿਹੜੀ ਖਾਮੋਸ਼ ਸੀ। ਸੱਜਰੀ ਦੱਬੀ ਮਾਂ ਦੀ ਕਬਰ ਉੱਤੇ ਦੋ ਕਾਲੇ ਵਜੂਦ ਅਹਿਲ ਖਲੋਤੇ ਸਨ। ਜ਼ਿਕਰ ਮੌਤ ਦੇ ਪਰਛਾਵੇਂ ਹੁੰਦੇ ਹਨ। ਕਿੰਨਾ ਚਿਰ ਕੋਈ ਆਵਾਜ਼ ਉੱਥੋਂ ਪੈਦਾ ਨਾ ਹੋਈ। ਕੁਝ ਚਿਰ ਮਗਰੋਂ ਕੁਝ ਸਾਂ ਹੋਈ। ਕਰੀਮੂ, ਮਾਰ ਵੀ ਟੱਕ। ਸਹਿਜੇ ਹੀ ਰਹੀਮੂ ਦੇ ਮੂੰਹੋਂ ਮਸਾਂ ਨਿਕਲਿਆ, ਤੂੰ ਵੀ ਤੇ। ਕਰੀਮੂ ਨੇ ਕੰਬਦੀਆਂ ਬਾਹਾਂ ਨਾਲ ਕਹੀ ਆਪਣੇ ਵੱਲ ਝੁਕਾਉਂਦਿਆਂ ਕਿਹਾ। ਉਹਨਾਂ ਦੀਆਂ ਹਿੱਕਾਂ ਠੱਕ ਠੱਕ ਵੱਜ ਰਹੀਆਂ ਸਨ। ਕਹੀ ਤੇ ਕੰਧਾਲਾ ਜ਼ਿਕਰ ਉਹਨਾਂ ਤੋਂ ਚੁੱਕੇ ਨਹੀਂ ਸਨ ਜਾਂਦੇ। ਕੱਲਰ ਪੁੱਟਣ ਲਈ ਹਥਿਆਰਾਂ ਨੂੰ ਉਭਾਰ ਕੇ ਉਹ ਟੱਕ ਮਾਰਨਾ ਚਾਹੁੰਦੇ ਸਨ, ਪਰ ਬਾਹਾਂ ਜ਼ਿਕਰ ਸਤਿਆਹੀਣ ਹੋ ਗਈਆਂ ਹੁੰਦੀਆਂ ਹਨ। ਰਾਤ ਦੀ ਖਾਮੋਸ਼ੀ ਵਿੱਚ ਇੱਕ ਬੇਮਾਮੂਲੀ ਜਿਹੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਗੂੰਜ ਉੱਠੀ। ਜ਼ਿਕਰ ਆਕਾਸ਼ ਤੇ ਪਤਾਲ ਦੋਵੇਂ ਬੋਲ ਉੱਠੇ ਹੁੰਦੇ ਹਨ। ਕਬਰ ਵਿੱਚ ਮੇਰੇ ਨਾਲ ਦਬਾ ਦੇਣੀਆਂ ਮੇਰੀਆਂ ਮੁਰਕੀਆਂ ਤੁਹਾਡੇ ਅੱਬਾ ਦੀ ਯਾਦ ਬੱਚਾ। ਮਾਂ। ਰਹੀਮੂ ਦੇ ਮੂੰਹੋਂ ਬੇਤਹਾਸ਼ਾ ਇਉਂ ਨਿਕਲਿਆ ਜ਼ਿਕਰ ਉਹ ਰੋ ਪਿਆ ਹੁੰਦਾ ਏ। ਚੱਲ ਰਹੀਮੂ। ਕਰੀਮੂ ਕੇਵਲ ਇੰਨਾ ਹੀ ਆਖ ਸਕਿਆ। ਹਥਿਆਰ ਦੋਹਾਂ ਦੇ ਹੱਥੋਂ ਢਹਿ ਪਏ। ਤਾਰਿਆਂ ਦੀ ਲੋਅ ਵਿੱਚ ਉਹਨਾਂ ਘਰ ਨੂੰ ਮੁੜੇ ਜਾਂਦਿਆਂ ਦੀਆਂ ਅੱਖਾਂ ਵਿੱਚ ਹੰਝੂ ਚਮਕ ਰਹੇ ਸਨ। ਧੰਨਵਾਦ।